अभई अकाल की कब चलायो पंथ सब सिखन को हुक्म है गुरु मानियो सिख विरसा सिख विरसा जान है साडी इस ਨੂੰ ਸਾਰੇ ਪਿਆਰ ਕਰੋ ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ सब तेरी वड्याई कोई नाहु ना जाने मेरा आद गुरु है ना मैं जुगाद गुरु है ना मैं वो सतगुरु है ना मैं श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 19 ਪੋ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 2 ਜਨਵਰੀ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਸਭ ਤੋਂ ਪਹਿਲਾਂ ਨਵੇਂ ਸਾਲ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਤੇ ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
कवन संजोग मिलो प्रभु आपने। कवन संजोग मिलो प्रभु आपने। पल पल निमुख सदा हर जपने। पल पल निमुख सदा हर जपने। कवन सुमत जित प्रीतम पावो। कवन सुमत जित प्रीतम पावो। चरण कमल प्रभु के नित ध्यावो। 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 ऐसी कृपा करो प्रभु मेरे। 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 हर नानक बिसर ना काहू मेरे। हर नानक बिसर ना काहू मेरे। कवन सुमत जित प्रीतम पावो। सुमत जित प्रीतम पावो। चरण कमल प्रभु के नित ध्यावो। 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 कवन सुमत जित प्रीतम पावो। सुमत जित प्रीतम पावो। चरण कमल प्रभु के नित ध्यावो। 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 ਤਰਾਸਰੀ ਮਹੱਲਾ ਪਹਿਲਾ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜ।
ਹਰ ਬਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ, ਜਾਕੋ ਓਟ ਤੁਹਾਰੀ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਅੱਜ ਦਾ ਹੁਕਮਨਾਮਾ ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 711 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਟੋਡੀ ਮਹੱਲਾ ਪੰਜਵਾਂ। ਹੇ ਭਾਈ, ਪਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੁੰਦੀ ਹੈ। ਹੇ ਪ੍ਰਭੂ, ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ ਮਾਇਆ ਦੇ ਕਿਸੇ ਵੀ ਬਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜਿਤਨੀ ਵੀ ਜ਼ਿੰਦਗੀ ਗੁਜ਼ਾਰਨੀ ਹੈ, ਉਹ ਇਉਂ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ। ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ। ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ, ਤਾਂ ਵੀ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਹੀ ਜਾਂਦਾ ਹੈ। ਹੇ ਨਾਨਕ, ਆਖ, ਹੇ ਭਾਈ, ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉੱਤੇ ਹਰੀ ਦੀ ਮਿਹਰ ਹੁੰਦੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ ਤੇ ਉਸ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ। ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ।
ਤੇ ਆਓ ਚੱਲਦੇ ਹਾਂ ਰਾਗ ਸਾਰੰਗ ਦੇ ਵਿੱਚ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਅਸੀਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸਾਰੰਗ ਮਹੱਲਾ ਚੌਥਾ। ਜਪ ਮਨ ਨਰ ਹਰੇ ਨਰ ਹਰ ਸੁਆਮੀ, ਹਰ ਸਗਲ ਦੇਵ ਦੇਵਾ, ਸ਼੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ। ਇਹ ਸਾਈ ਚਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਜ ਸ਼ਬਦ ਵੱਡ ਭਾਗ ਮਥੋਰਾ। ਆਮ ਸ਼ਬਦਾਂ ਨਾਲੋਂ ਪੜਤਾਲ ਗਾਉਣ ਦਾ ਢੰਗ, ਸਾਰੇ ਗੁਣੀਜਨ ਬੈਠੇ ਆ, ਡਾਕਟਰ ਗੁਰਨਾਮ ਸਿੰਘ ਦਰਸ਼ਨ ਹੋਏ, ਛੋੜਵੀਰ ਸੁੰਦਰ ਸਿੰਘ ਜੀ, ਹੋਰ ਗੁਰਮੁਖਾਂ ਦੇ ਦਰਸ਼ਨ ਹੋ ਰਹੇ ਨੇ, ਸ਼ਾਂਤ ਸਾਹਿਬ ਬੈਠੇ ਨੇ। ਪੜਤਾਲ ਗਾਉਣ ਦਾ ਢੰਗ ਵੱਖਰਾ ਹੈ। ਪੁਰਾਣੇ ਇੱਦਾਂ ਗਾਉਂਦੇ ਸੀ, ਇਹ 'ਚ ਕੋਈ ਇੱਦਾਂ ਦੀ ਬਲਜੀ ਨਹੀਂ ਕੀਤੀ, ਮੈਂ ਇਸੇ ਵਾਸਤੇ ਸੁਣਾ ਰਿਹਾ, ਜਿੱਦਾਂ ਪੁਰਾਣੇ ਗਾਉਂਦੇ ਸੀ ਉੱਦਾਂ ਭੇਟਾ ਕਰਨੀ। ਪਹਿਲਾ ਅੰਤਰਾ ਹੈ ਚਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ, ਪੰਜ ਸ਼ਬਦ ਵੱਡ ਭਾਗ ਮਥੋਰਾ। ਤਿਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ, ਤਿਨ ਜਨ ਕੇ ਮਾਰ ਕੱਢੇ ਪੰਜ ਚੋਰਾ। ਇਹ ਪਹਿਲਾ ਅੰਤਰ। ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ। ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗੁਆਧ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀਸ਼ ਹੋਰਾ। ਮਨ ਇੱਛੇ ਫਲ ਪਾਵੋ, ਸਭੇ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਉ ਮਿਲੇ, ਹਰ ਭਗਤ ਤੋਰਾ। ਸ਼ਬਦ ਵੀ ਔਖਾ ਹੀ ਹੈ, ਇਹ ਪੁਰਾਤਨ ਰੀਤ, ਇਹ ਆਪਦੀ ਭੇਟ ਹੈ। 2-4 ਮਿੰਟ 'ਚ ਇਸ ਦਾ ਕੀਰਤਨ ਕਰਕੇ ਫਿਰ ਸਮਾਪਤੀ ਹੋਏਗੀ। ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ। ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ। ਹਰ ਸਗਲ ਦੇਵ ਦੇਵਾ, ਸ਼੍ਰੀ ਰਾਮ ਰਾਮ ਨਾਮ, ਹਰ ਪ੍ਰੀਤਮ ਮੋਰਾ ਪ੍ਰੀਤਮ ਮੋਰਾ। ਜਪ ਮਨ ਨਰ ਹਰੇ ਨਰ ਹਰ ਸੁਆਮੀ, ਜਪ ਮਨ ਨਰ ਹਰੇ ਨਰ ਹਰ ਸੁਆਮੀ। ਜਪ ਮਨ ਨਰ ਹਰੇ ਨਰ ਹਰ ਸੁਆਮੀ। The composition of this shabad is composed in Rag Shuddh Sarang, and the rhythm which is used is Panch Tal di Swari, 15 beats. It's a dialogue with our own mind. Jap man nar hare nar har Swami. And what is the dialogue? Guru Sahib is telling us to talk to our own mind. And what are we telling to our mind? That meditate on the master of this whole creation. And the best way to meditate is to sing his praises. Kirat saad sang hai, sir karman ke karman. Shresht karma hai, kirtan. And so beautiful things when we think about it, like the kirtan. The entire Guru Granth Sahib is the notation of the kirtan.
It's got a title which starts with the rag and then the name of the number of the group, the channel comes in. And the most beautiful thing about this Granth is that it was sung first, written later. History ਇਹ ਤਾਂ ਲਿਖਿਆ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਕਿ ਮਰਦਾਨਾ ਜੀ ਰਬਾਬ ਲਿਆਓ, ਬਾਣੀ ਆਈ ਹੈ. It's nowhere written that bring the paper, bring the kalam, bring the pen, ਬਾਣੀ ਆਈ ਹੈ. ਬਾਣੀ ਗਾਈ ਗਈ ਹੈ, ਫਿਰ ਲਿਖੀ ਗਈ. This is the unique aspect of the Gurbani. And there is a discipline which Guru Sahib has suggested, the way it should be sung. The main difference between the Indian classical music and the Kirtan is, Indian classical music sur pradhan hai, te Gurbani Kirtan vich Bani pradhan. It's like serving a diamond in a plate to someone. Through the Bani, we are actually presenting our feelings, the feelings which Guru has told us to express to the Almighty Akal Purkh Vaheguru. ਜੇ ਕਿਸੇ ਥਾਲ ਵਿੱਚ ਇੱਕ ਹੀਰਾ ਬਿਨਾਂ ਕੋਈ ਡੈਕੋਰੇਸ਼ਨ ਕੀਤੇ ਰੱਖਤਾ ਜਾਵੇ ਤੇ ਉਹਦੇ ਨਾਲੋਂ ਇਹ ਬਿਹਤਰ ਹੈ ਕਿ ਉਹਦੇ 'ਚ ਹੋਰ ਵੀ ਸਜਾਵਟ ਕੀਤੀ ਜਾਵੇ. ਐਂਡ ਮਿਊਜ਼ਿਕ, the value of music in Kirtan is like decorating our plate in which the diamond has to be presented. And if that decoration is so much that it covers the diamond, then also it doesn't solve the purpose. ਜੇ ਰਾਗਦਾਰੀ ਸ਼ਬਦ ਨੂੰ ਢੱਕ ਲਵੇ ਤੇ ਉਹ ਕੀਰਤਨ ਨਹੀਂ ਰਹਿੰਦਾ. ਜੇ ਫੁੱਲਾਂ ਦੀ ਥਾਲ ਵਿੱਚ ਡਾਇਮੰਡ ਹੈਗਾ ਤੇ ਅਸੀਂ ਫੁੱਲ ਉੱਤੋਂ ਦੀ ਕਵਰ ਕਰ ਦਿੰਦੇ ਆ ਤੇ ਉਹ ਸਾਡਾ ਪਰਪਸ ਸੋਲਵ ਨਹੀਂ ਹੁੰਦਾ. So these are the two main things I wanted to share with you. I know the time is the biggest constraint. Yeah, we know that. But I wanted to share these feelings with you. So I'm sorry for taking longer time. हर बिसरत सदा खुआरी, हर बिसरत सदा खुआरी, हर बिसरत सदा खुआरी. ताको तोखा कहाँ व्यापै, ताको तोखा कहाँ व्यापै, जाकोट तुहारी. हर बिसरत सदा खुआरी, हर बिसरत सदा खुआरी. बिन सिमरन जो जीवन पलना, बिन सिमरन जो जीवन पलना, सर्प जैसे अर जारी, सर्प जैसे अर जारी, सर्प जैसे अर जारी. हर बिसरत सदा खुआरी, हर बिसरत सदा खुआरी. नवखंडन को राज कुमावै, नवखंडन को राज कुमावै, अंत चले गो
व्यापै जाकोट तुहारी हर बिसरत सदा कुआरी हर बिसरत सदा कुआरी। गुण निदान गुण तिन्ही गाए गुण निदान गुण तिन्ही गाए जाको कृपा तारी जाको कृपा तारी जाको कृपा तारी हर बिसरत सदा कुआरी हर बिसरत सदा कुआरी। सो सुखिया तन उस जन्मा सो सुखिया तन उस जन्मा नानक तिस बलिहारी नानक तिस बलिहारी नानक तिस बलिहारी हर बिसरत सदा कुआरी हर बिसरत सदा कुआरी। ताको तो खा कहाँ व्यापै ताको तो खा कहाँ व्यापै जाकोट तुहारी हर बिसरत सदा कुआरी हर बिसरत सदा कुआरी हर बिसरत सदा कुआरी। ਹਾਂਜੀ, ਇਹ ਸਨ ਭਾਈ ਸੁਰਿੰਦਰ ਸਿੰਘ ਜੀ ਮਠਾਰੂ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਟੋਡੀ 5th ਮਹਿਲ, forgetting the Lord, one is ruined forever. How can anyone be deceived who has your support, O Lord? Pause. Without meditating in a remembrance on the Lord, life is like a burning fire, even if one lives long like a snake. One may rule over the 9 regions of the earth, but in the end he shall have to depart, losing the game of life. He alone sings the glorious praises of the Lord, the treasure of virtue, upon whom the Lord showers his grace. He is at peace, and his worth is blessed. Nanak is sacrificed to him. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਅੱਜ ਦਾ ਹੁਕਮਨਾਮਾ ਰਾਗ ਟੋਡੀ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 711 ਅੰਗ ਤੇ ਸੁਸ਼ੋਭਿਤ ਹੈ। ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਆਵਾਜ਼ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨ ਭਾਗਾਂ ਸਤ ਸੰਗ ਨਾ ਲੱਭੈ।
ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਭਾਗਾ ਵੱਡ ਭਾਗੀ ਹਰ ਸੰਗਤ ਪਾਏ ਵੱਡ ਭਾਗੀ ਹਰ ਸੰਗਤ ਪਾਏ ਭਾਗਹੀਨ ਪ੍ਰਮ ਚੋਟਾ ਖਾਵੇ ਭਾਗਹੀਨ ਪ੍ਰਮ ਚੋਟਾ ਖਾਵੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਭਾਗਾ हर जन संत मिलो मेरे पाई हर जन संत मिलो मेरे पाई मेरा हर प्रभ दसो मैं भुख लगाई मेरा हर प्रभ दसो मैं भुख लगाई मेरी श्रद्धा पूर जग जीवन दाते मेरी श्रद्धा पूर जग जीवन दाते दिल हर दर्शन मन बिन भागा सत संग न लभै बिन भागा सत संग न लभै बिन संगत मैल परीजै जीव बिन संगत मैल
ਮਿਲ ਸਤ ਸੰਗ ਬੋਲੀ ਹਰ ਬਾਣੀ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰਾ ਮਨ ਪਾਣੀ ਹਰ ਹਰ ਕਥਾ ਮੇਰਾ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਹਰ ਹਰ ਅੰਮ੍ਰਿਤ ਹਰ ਮਨ ਪਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ ਬਿਨ ਪਾਗਾਂ ਸਤ ਸੰਗ ਨ ਲਭੈ ਬਿਨ ਪਾਗਾਂ ਸਤ ਸੰਗ ਨ ਲਭੈ ਸੰਗਤ ਮੈਲ ਪਰੀਜੈ ਜੀਉ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਪਾਗਾਂ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਤਾਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜੀਉ ਜਨ ਨਾਨਕ ਨਾਮ ਮਨ ਪੀਜੈ ਜੀਉ ਬਿਨ ਪਾਗਾਂ ਸਤ ਸੰਗ ਨ ਲਭੈ ਬਿਨ ਪਾਗਾਂ ਸਤ ਸੰਗ ਨ ਲਭੈ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਸੰਗਤ ਮੈਲ ਪਰੀਜੈ ਜੀਉ ਬਿਨ ਪਾਗਾਂ ਵੱਡ ਭਾਗੀ ਹਰ ਸੰਗਤ ਪਾਵੈ ਵੱਡ ਭਾਗੀ ਹਰ ਸੰਗਤ ਪਾਵੈ ਪਾਗਹੀਨ ਪ੍ਰਮ ਚੋਟਾ ਖਾਵੈ ਪਾਗਹੀਨ ਪ੍ਰਮ ਚੋਟਾ ਖਾਵੈ ਜੀ ਪਾਗਹੀਨ ਪ੍ਰਮ ਚੋਟਾ ਖਾਵੈ ਜੀ ਪਾਗਹੀਨ ਪ੍ਰਮ ਚੋਟਾ ਖਾਵੈ ਬਿਨ ਪਾਗਾਂ ਸਤ ਸੰਗ ਨਾ ਲਭੈ ਬਿਨ ਪਾਗਾਂ
ਸਤ ਸੰਗ ਨਾ ਲਭੈ ਬਿਨ ਸੰਗਤ ਮੈਲ ਪਰੀ ਜੈ ਜੀਉ ਬਿਨ ਸੰਗਤ ਮੈਲ ਪਰੀ ਜੈ ਜੀਉ ਬਿਨ ਪਾਗਾ ਸਤ ਸੰਗ ਨਾ ਲਭੈ ਬਿਨ ਪਾਗਾ ਸਤ ਸੰਗ ਨਾ ਲਭੈ ਬਿਨ ਸੰਗਤ ਮੈਲ ਪਰੀ ਜੈ ਜੀਉ ਬਿਨ ਸੰਗਤ ਮੈਲ ਪਰੀ ਜੈ ਜੀਉ ਬਿਨ ਸੰਗਤ ਮੈਲ ਪਰੀ ਜੈ ਜੀਉ ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਕੋਹਿਨੂਰ ਰੇਡੀਓ ਤੇ ਅਸੀਂ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਸਿੱਖ ਸਿਧਾਂਤ ਕਿਤਾਬ ਦੇ ਵਿੱਚੋਂ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲੇ, ਉਹਨਾਂ ਦੇ ਲਿਖੇ ਹੋਏ ਜਿਹੜੇ ਸ਼ਬਦ ਨੇ ਆਪ ਨਾਲ ਸਾਂਝੇ ਕਰਦੇ ਆ ਰਹੇ ਹਾਂ। ਤੇ ਪਿਛਲੀ ਵਾਰ ਜਦੋਂ ਅਸੀਂ ਇਹ ਵਿਚਾਰਾਂ ਕਰ ਰਹੇ ਸੀ ਤੇ ਵਿਚਾਰਾਂ ਪਹੁੰਚੀਆਂ ਸੀ ਕਿ ਗੁਰੂ ਕੀ ਹੈ, ਸ਼ਬਦ ਗੁਰੂ ਕੀ ਹੈ, ਤੇ ਉਸ ਤੋਂ ਬਾਅਦ ਅਗਲੀ ਗੱਲ ਸੀ ਨਾਮ। ਸ਼ਬਦ ਗੁਰੂ ਜਿਹੜਾ ਹੈ, ਹਮੇਸ਼ਾ ਹੀ ਜਿਹੜਾ ਗੁਰੂ ਹੈ ਉਹ ਸ਼ਬਦ ਹੀ ਰਿਹਾ ਹੈ। ਜਿਹੜੀ ਇਹ ਦੇਹ ਹੈ ਉਹ ਗੁਰੂ ਨਹੀਂ ਹੋ ਸਕਦੀ। ਐਸੇ ਵਿਚਾਰ ਜਿਹੜੇ ਅਸੀਂ ਆਪ ਜੀ ਦੇ ਨਾਲ ਸਾਂਝੇ ਕੀਤੇ ਸੀ। ਤੇ ਆਓ ਲੜੀ ਨੂੰ ਜੋੜਨ ਲਈ ਇੱਕ ਵਾਰੀ ਫੇਰ ਦੁਹਰਾ ਲੈਂਦੇ ਹਾਂ। ਬਾਬਾ ਜੀ ਲਿਖਦੇ ਨੇ ਕਿ ਗੁਰੂ ਸ਼ਬਦ ਦੇ ਸ਼ਾਬਦਿਕ ਅਰਥ ਨੇ ਗੂ ਮਤਲਬ ਹਨੇਰਾ ਤੇ ਰੂ ਮਤਲਬ ਦੂਰ ਕਰਨਾ, ਅਰਥਾਤ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੀ ਗੁਰੂ ਹੈ। ਗੁਰਮਤਿ ਦੇ ਵਿੱਚ ਗੁਰੂ ਪਦ ਅਕਾਲ ਪੁਰਖ ਲਈ ਵੀ ਵਰਤਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੌਪਈ ਸਾਹਿਬ ਦੇ ਵਿੱਚ ਦੱਸਦੇ ਨੇ ਕਿ ਸ੍ਰਿਸ਼ਟੀ ਦੇ ਸਿਰਜਣ ਕਾਲ ਤੋਂ ਪਹਿਲੇ ਤੇ ਇਸ ਦੇ ਖੈ ਹੋਣ ਤੋਂ ਬਾਅਦ ਵੀ ਜੋ ਅਵਿਨਾਸੀ ਸਥਿਰ ਅਵਸਥਾ ਅਟਲ ਹੈ ਉਹ ਸਭ ਦਾ ਗੁਰੂ ਹੈ। ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਹ ਪ੍ਰਭੂ ਹੀ ਗੁਰੂ ਰੂਪ ਹੋ ਕੇ ਆਪਣੇ ਉਪਦੇਸ਼ ਦੇ ਨਾਲ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਜਿਸ ਇਨਸਾਨ ਅੰਦਰ ਹਉਮੈ ਦਾ ਉੱਕਾ ਹੀ ਨਾਸ ਹੋ ਜਾਂਦਾ ਹੈ, ਉਸ ਦੇ ਹਰੀ ਮੰਦਰ ਰੂਪੀ ਸਰੀਰ ਦੇ ਵਿੱਚ ਕੇਵਲ ਬ੍ਰਹਮ, ਉਹ ਅਕਾਲ ਪੁਰਖ ਦਾ ਹੀ ਵਾਸਾ ਹੁੰਦਾ ਹੈ ਤੇ ਉਹ ਗੁਰੂ ਰੂਪ ਹੋ ਕੇ ਇਨਸਾਨੀ ਜੀਵਾਂ ਨੂੰ ਅਧਿਆਤਮਕ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦਾ ਹੈ। ਵਾਸਤਵ ਵਿੱਚ ਇਹੋ ਹੀ ਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹ ਹੀ ਸ਼ਬਦ ਗੁਰੂ ਵਸ ਰਿਹਾ ਹੈ, ਜਿਸ ਦਾ ਅਸੀਂ ਪ੍ਰਭੂ ਮਿਲਾਪ ਦੇ ਲਈ ਉਪਦੇਸ਼ ਕਮਾਉਣਾ ਹੈ। ਗੁਰੂ ਜੋ ਵੀ ਵਚਨ ਅਥਵਾ ਬਾਣੀ ਉਚਾਰਦਾ ਹੈ ਉਹ ਨਿਰੰਕਾਰ ਦਾ ਹੀ ਫਰਮਾਨ ਹੈ ਅਤੇ ਸ਼ਬਦ ਗੁਰੂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਾਨੂੰ ਇਹ ਫਰਮਾਨ ਮਿਲਦਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਭਾਵ ਕਿ ਗੁਰੂ ਦੀ ਬਾਣੀ ਹੀ ਸਿੱਖ ਦੀ ਗੁਰੂ ਹੈ ਤੇ ਗੁਰੂ ਬਾਣੀ ਦੇ ਵਿੱਚ ਆਪ ਬਿਰਾਜਮਾਨ ਹੈ, ਅਰਥਾਤ ਸ਼ਬਦ ਗੁਰੂ ਹੀ ਗੁਰੂ ਹੈ ਤੇ ਉਸ ਵਿੱਚ ਸਾਰੇ ਅੰਮ੍ਰਿਤ ਰੂਪੀ ਇਲਾਹੀ ਪਦਾਰਥ ਨੇ। ਜਦੋਂ ਕੈਲਾਸ਼ ਪਰਬਤ ਤੇ ਕਰਾਮਾਤੀ ਸਿੱਧ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਪਰ ਕਰਾਮਾਤਾਂ ਕਰਕੇ ਹਾਰ ਗਏ ਤਾਂ ਅਖੀਰ ਗੋਡੇ ਟੇਕ ਦਿੱਤੇ ਤੇ ਪ੍ਰਸ਼ਨ ਕੀਤਾ ਕਿ ਨਾਨਕ, ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ? ਤੇ ਸਤਿਗੁਰੂ ਜੀ ਨੇ ਫਰਮਾਇਆ ਹੈ ਬਾਣੀ ਦੇ ਵਿੱਚ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਇਹ ਉਹਨਾਂ ਦਾ ਪ੍ਰਸ਼ਨ ਸੀ। ਸਤਿਗੁਰੂ ਜੀ ਅੰਕਿਤ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਵਾਬ ਦਿੰਦੇ ਨੇ ਕਿ ਮੇਰਾ ਗੁਰੂ ਸ਼ਬਦ ਹੈ ਤੇ ਮੇਰੀ ਸੁਰਤ ਉਸ ਦਾ ਚੇਲਾ ਭਾਵ ਕੇ ਸਿੱਖ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 943।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਨਾਸਵੰਤ ਹਸਤੀ ਅਥਵਾ ਦੇਹ ਜਾਂ ਕਿਸੇ ਕਿਸਮ ਦੀ ਮੂਰਤੀ ਜਾਂ ਬੁੱਤ ਆਦਿਕ ਕਦੇ ਵੀ ਗੁਰੂ ਨਹੀਂ ਹੋ ਸਕਦੀ। ਸ਼ਬਦ ਗੁਰੂ ਜੋ ਅਵਿਨਾਸੀ ਹੈ, ਜਿਹਦਾ ਨਾਸ ਨਹੀਂ ਹੁੰਦਾ ਤੇ ਹਰ ਇੱਕ ਜੀਵ ਦੇ ਵਿੱਚ ਰਮਿਆ ਹੋਇਆ ਹੈ, ਉਹ ਹੀ ਗੁਰੂ ਹੈ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕੋਲੋਂ ਦੇਹਧਾਰੀ ਗੁਰੂ ਬਾਰੇ ਵਿਚਾਰ ਪੁੱਛਣ ਤੇ ਆਪ ਜੀ ਨੇ ਫਰਮਾਇਆ ਸੀ, ਦੇਹ ਨਾ ਅੱਜ ਤੱਕ ਗੁਰੂ ਹੋਈ ਹੈ ਤੇ ਨਾ ਹੀ ਕਦੇ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਦੇਹ ਵਿੱਚ ਵਿਚਰਦੇ ਸਨ ਤਾਂ ਹਮੇਸ਼ਾ ਹੀ ਸ਼ਬਦ ਜਿਹੜੇ ਉਹ ਬੋਲਦੇ ਸਨ ਉਹੀ ਗੁਰੂ ਸਨ ਤੇ ਉਹੀ ਉਪਦੇਸ਼ ਸੀ ਸਤਿਗੁਰੂ ਜੀ ਦਾ। ਇਹਨਾਂ ਵਿਚਾਰਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਇਨਸਾਨ ਨੂੰ ਅਧਿਆਤਮਕ ਮਾਰਗ ਤੇ ਚੱਲ ਕੇ ਪ੍ਰਭੂ ਦੇ ਵਿੱਚ ਲੀਨ ਹੋਣ ਲਈ ਗੁਰੂ ਦੀ ਅਗਵਾਈ, ਉਸ ਦਾ ਉਪਦੇਸ਼ ਕਮਾਉਣਾ ਜ਼ਰੂਰੀ ਹੈ। ਇਸ ਬਾਰੇ ਗੁਰਬਾਣੀ ਦਾ ਫਰਮਾਨ ਇਸ ਤਰ੍ਹਾਂ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗਦੀ ਜੀਵਨ ਦਾਤਾ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 466। ਜਿਸ ਇਨਸਾਨ ਦਾ ਕੋਈ ਗੁਰੂ ਨਹੀਂ, ਗੁਰਬਾਣੀ ਦੇ ਵਿੱਚ ਉਸ ਨੂੰ ਨਿਗੁਰਾ ਆਖਿਆ ਗਿਆ ਹੈ, ਜੋ ਬੰਜਰ ਧਰਤੀ ਦੇ ਸਮਾਨ ਹੈ, ਜਿਸ ਵਿੱਚ ਗੁਣਾਂ ਦੀ ਕੋਈ ਫਸਲ ਪੈਦਾ ਨਹੀਂ ਹੋ ਸਕਦੀ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪੂਰੇ ਗੁਰੂ ਦੀ ਸ਼ਰਨ ਤੋਂ ਇਲਾਵਾ ਇਨਸਾਨ ਦੀ ਕੋਈ ਢੋਅ ਨਹੀਂ। ਗੁਰੂਹੀਣ ਮਨੁੱਖ ਕਰਾਹੇ ਪੈ ਜਾਂਦਾ ਹੈ ਤੇ ਹਮੇਸ਼ਾ ਖੱਜਲ ਖੁਆਰ ਹੁੰਦਾ ਹੈ ਤੇ ਇਸ ਕਰਕੇ ਉਸ ਦਾ ਤਾਂ ਨਾਂ ਵੀ ਲੈਣਾ ਤੇ ਸੰਗਤ ਕਰਨੀ ਵੀ ਬੁਰੀ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 435 ਤੇ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਸੋ ਇਹ ਤਾਂ ਸਨ ਕੁਝ ਵਿਚਾਰਾਂ ਜਿਹੜੀਆਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਾਂਝੀਆਂ ਕੀਤੀਆਂ ਸਨ, ਸਿਰਫ ਲੜੀ ਜੋੜਨ ਦੇ ਲਈ ਦੁਹਰਾਈਆਂ ਨੇ। ਤੇ ਅਗਲਾ ਹੈ, ਦੱਸਦੇ ਕਿ ਨਾਮ ਅਰਥਾਤ ਸ਼ਬਦ ਗੁਰੂ ਪਰਮਾਤਮਾ ਨੂੰ ਸੰਬੋਧਨ ਕਰਨਾ ਹੈ, ਜੋ ਹਰ ਇੱਕ ਜੀਵ ਦੇ ਅੰਦਰ ਅਤੇ ਸ੍ਰਿਸ਼ਟੀ ਦੇ ਜਰੇ ਜਰੇ ਵਿੱਚ ਵਿਆਪਕ ਹੈ। ਇਨਸਾਨ ਦੀ ਸੁਰਤ ਨੇ ਉਸ ਦਾ ਚੇਲਾ, ਸੇਵਕ ਅਥਵਾ ਸਿੱਖ ਬਣ ਕੇ ਉਸ ਵਿੱਚ ਲੀਨ ਹੋਣਾ ਹੈ। ਆਮ ਤੌਰ ਤੇ ਨਾਮ ਸ਼ਬਦ ਕਿਸੇ ਜੀਵ, ਵਸਤੂ ਜਾਂ ਸਥਾਨ ਦੇ ਲਈ ਵਰਤਿਆ ਜਾਂਦਾ ਹੈ, ਪਰੰਤੂ ਗੁਰਬਾਣੀ ਦੇ ਵਿੱਚ ਨਾਮ ਸ਼ਬਦ ਪਰਮਾਤਮਾ ਦਾ ਵਾਚਕ ਹੈ। ਪ੍ਰਭੂ ਦੇ ਕਰਮ ਤੇ ਗੁਣ ਨਾਮ ਭਾਵ ਕਿ ਵਾਹਿਗੁਰੂ ਸਿਮਰਨ ਦੇ ਪ੍ਰਤੀਕ ਨੇ। ਪ੍ਰਭੂ ਦੇ ਬੇਅੰਤ ਗੁਣਾਂ ਦੀ ਉਸਤਤ ਜੀਵ ਦੇ ਲਈ ਨਾਮ ਸਿਮਰਨ ਬਣ ਜਾਂਦੀ ਹੈ। ਜਿਸ ਵਸਤੂ ਦਾ ਆਕਾਰ ਜਾਂ ਸ਼ਕਲ ਹੋਵੇ ਉਸ ਦਾ ਨਾਮ ਵੀ ਹੁੰਦਾ ਹੈ। ਪ੍ਰਭੂ ਨਿਰਾਕਾਰ ਹੈ, ਇਸ ਕਰਕੇ ਸੰਸਾਰਿਕ ਤੌਰ ਤੇ ਉਸ ਦਾ ਕੋਈ ਨਾਂ ਨਹੀਂ, ਪਰੰਤੂ ਇਨਸਾਨ ਨੇ ਉਸ ਨੂੰ ਸਿਮਰਨ ਵਾਸਤੇ ਉਸ ਦੇ ਇਲਾਹੀ ਗੁਣਾਂ ਤੇ ਕਰਮਾਂ ਅਨੁਸਾਰ ਨਾਮ ਰੱਖੇ ਹੋਏ ਨੇ। ਪ੍ਰਭੂ ਦੇ ਅਨੇਕ ਨਾਮ, ਰੂਪ ਤੇ ਗੁਣ ਹਨ ਜੋ ਬਿਆਨ ਨਹੀਂ ਕੀਤੇ ਜਾ ਸਕਦੇ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 358 ਅੰਗ ਤੇ ਫਰਮਾਉਂਦੇ ਨੇ, ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਕਹਿਣ ਨ ਜਾਈ ਤੇਰੇ ਗੁਣ ਕੇਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਇਲਾਹੀ ਸ਼ਕਤੀ ਨੂੰ ਨਿਰਨਾਮੇ ਕਿਹਾ ਤੇ ਫਰਮਾਇਆ ਕਿ ਉਹ ਨਿਰਾਕਾਰ ਹੈ। ਉਸ ਦਾ ਕੋਈ ਸਰੂਪ, ਲੱਛਣ, ਵਰਨ ਜਾਂ ਜਾਤ ਪਾਤ ਨਹੀਂ। ਉਸ ਦਾ ਰੂਪ, ਰੰਗ, ਰੇਖ, ਪਹਿਰਾਵਾ ਵੀ ਕੋਈ ਨਹੀਂ ਦੱਸ ਸਕਦਾ। ਉਸ ਦਾ ਸਰੂਪ ਸਦਾ ਅਟਲ, ਅਨੁਭਵ ਪ੍ਰਕਾਸ਼, ਸਵੈ ਪ੍ਰਕਾਸ਼ ਅਥਵਾ ਸੁਤੇ ਪ੍ਰਕਾਸ਼ ਹੈ ਤੇ ਉਸ ਨੂੰ ਬੇਅੰਤ ਕਿਹਾ ਜਾਂਦਾ ਹੈ। ਉਹ ਕਰੋੜਾਂ ਦੇਵਤਿਆਂ ਦਾ ਵੱਡਾ ਮਾਲਕ ਦੇਵਤਾ ਹੈ ਤੇ ਸ਼ਾਹਾਂ ਦਾ ਪਾਤਸ਼ਾਹ ਮੰਨਿਆ ਜਾਂਦਾ ਹੈ। ਉਹ ਤਿੰਨਾਂ ਲੋਕਾਂ ਅਥਵਾ ਧਰਤੀ, ਆਕਾਸ਼ ਤੇ ਪਾਤਾਲ ਦਾ ਰਾਜਾ ਹੈ। ਸਾਰੇ ਜੀਵ ਅਥਵਾ ਦੇਵਤੇ, ਮਨੁੱਖ, ਅਗਿਆਨੀ ਤੇ ਸਾਰੀ ਬਨਸਪਤ ਉਸ ਨੂੰ ਬੇਅੰਤ ਕਹਿੰਦੀ ਹੈ। ਉਸ ਦੇ ਸਾਰੇ ਨਾਵਾਂ ਨੂੰ ਕੌਣ ਬਿਆਨ ਕਰ ਸਕਦਾ ਹੈ। ਸਿਆਣੇ ਪੁਰਸ਼ਾਂ ਨੇ ਉਸ ਦੇ ਕਰਮ ਜੋ ਰਜਾ ਚ ਹੁੰਦੇ ਨੇ
ਅਨੁਭਵ ਕਰਕੇ ਉਸ ਦੇ ਨਾਮ ਰੱਖੇ ਨੇ। ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਨੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਇਣ ਸਾਹ ਸਹਾਇਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਣ ਤ੍ਰਿਣ ਕਹਿਤ, ਤਬ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ ਕਿ ਹੇ ਪ੍ਰਭੂ, ਤੂੰ ਸਮਝ ਤੋਂ ਪਰੇ ਬੇਅੰਤ ਹੈ ਤੇ ਤੇਰਾ ਸਰਗੁਣ ਸਰੂਪ ਦਾ ਪਸਾਰਾ ਕੁਦਰਤ ਭਾਵ ਕੇ ਜੀਵ ਨੂੰ ਅਸਚਰਜ ਕਰ ਰਿਹਾ ਹੈ। ਤੂੰ ਅਸਚਰਜ ਕੁਦਰਤ ਤੇਰੀ ਬਿਸਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 563। ਅਰਥ ਵਿਚਾਰ ਕੇ ਪਤਾ ਲੱਗਦਾ ਹੈ ਕਿ ਜਿੰਨੇ ਪਰਮਾਤਮਾ ਦੇ ਨਾਮ ਨੇ ਉਹ ਈਸ਼ਵਰ ਦੇ ਕਿਸੇ ਨਾ ਕਿਸੇ ਸਿਫਤ ਦੇ ਵਾਚਕ ਨੇ। ਰਾਮ ਤੋਂ ਭਾਵ ਹੈ ਰਮਿਆ ਹੋਇਆ, ਹਰੀ ਤੋਂ ਭਾਵ ਹੈ ਪਾਪਾਂ ਨੂੰ ਦੂਰ ਕਰਕੇ ਮਨ ਨੂੰ ਹਰਿਆ ਕਰਨ ਵਾਲਾ, ਗੋਬਿੰਦ ਤੋਂ ਭਾਵ ਹੈ ਸ੍ਰਿਸ਼ਟੀ ਦਾ ਮਾਲਕ, ਰਹੀਮ ਤੋਂ ਭਾਵ ਹੈ ਰਹਿਮ ਕਰਨ ਵਾਲਾ। ਇਹ ਸਾਰੇ ਨਾਮ ਪ੍ਰਭੂ ਦੀ ਕਿਸੇ ਇੱਕ ਸਿਫਤ ਨੂੰ ਜਪਣ ਵਾਲੇ ਦੇ ਹਿਰਦੇ ਵਿੱਚ ਵਸਾਉਂਦੇ ਨੇ। ਪਰ ਜਿਸ ਵੇਲੇ ਸਿੱਖ ਪੂਰੇ ਪ੍ਰੇਮ ਦੇ ਨਾਲ ਵਾਹ ਸ਼ਬਦ ਉਚਾਰਦਾ ਹੈ ਤਾਂ ਤੂੰ ਅਸਚਰਜ, ਤੂੰ ਬੇਅੰਤ ਹੈ, ਸਿੱਖ ਦੇ ਹਿਰਦੇ ਵਿੱਚ ਆ ਵਸਦਾ ਹੈ ਤੇ ਇੱਕ ਖਾਸ ਬਿਸਮਾਦ ਰੰਗ ਦੇ ਵਿੱਚ ਸਾਰੀਆਂ ਸਿਫਤਾਂ ਦਾ ਪ੍ਰਭਾਵ ਰੋਮ ਰੋਮ ਦੇ ਵਿੱਚ ਰਮ ਜਾਂਦਾ ਹੈ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਸੰਤ ਅਨੂਪ ਸਿੰਘ ਜੀ ਨੇ। ਸਭ ਸਦਕਾ ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ 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 ਸੇਵਕ ਕਹਿ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਸੇਵਕ ਕਹਿ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਵਾਹਿਗੁਰੂ 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 ਤੇਰਾ ਸਭ ਸਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਵਾਹਿਗੁਰੂ 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 ਨਿਰੰਕਾਰ ਤਬ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ। ਨਿਰੰਕਾਰ ਤਬ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ।
ਸਤਿਕਾਰ। ਵਾਹਿਗੁਰੂ 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 ब्रह्मा विष्णु सिरे ते अगनत, तिनको मोह पया मन मद का। ब्रह्मा विष्णु सिरे ते अगनत, तिनको मोह पया मन मद का। वाहगुरु 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 तेरा सब सदकार। वाहगुरु तेरा सब सदकार। वाहगुरु 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 दिया सब को तदका। सेवक कहे भरपूर जुग जुग। वाहगुरु तेरा सब सदका। वाहगुरु 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 तेरा सब सदकार। वाहगुरु तेरा सब सदकार। वाहगुरु 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 ਹਾਂਜੀ, ਵਾਹਿਗੁਰੂ ਗੁਰਮੰਤਰ, ਉਹਦੇ ਬਾਰੇ ਜਿਹੜੀਆਂ ਕੁਝ ਵਿਚਾਰਾਂ ਨੇ ਉਹ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਵਾਹਿਗੁਰੂ ਸ਼ਬਦ ਪ੍ਰਭੂ ਦੇ ਬੇਅੰਤ ਗੁਣਾਂ ਨੂੰ ਜੀਵ ਦੇ ਹਿਰਦੇ ਵਿੱਚ ਪ੍ਰਫੁੱਲਿਤ ਕਰਕੇ ਸੁਰਤ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਅਰਥ ਵਿਚਾਰ ਕੇ ਵੇਖੀਏ ਤਾਂ ਵਾਹਿਗੁਰੂ ਦੇ ਸ਼ਬਦਿਕ ਅਰਥ ਨੇ ਵਾਹ ਤੂੰ ਬੇਅੰਤ, ਗੂ ਤੋਂ ਭਾਵ ਅੰਧੇਰਾ, ਰੂਹ ਤੋਂ ਭਾਵ ਦੂਰ ਕਰਨਾ, ਅਰਥਾਤ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਤੂੰ ਬੇਅੰਤ ਹੈ। ਇਹ ਵਾਹਿਗੁਰੂ ਦਾ ਸ਼ਬਦਿਕ ਅਰਥ ਬਣਦੇ ਨੇ। ਇਸ ਲਈ ਪ੍ਰਮਾਤਮਾ ਦੇ ਇਲਾਹੀ ਰੰਗਣ ਦੇ ਵਿੱਚ ਰੰਗੇ ਜਾਣ ਲਈ ਵਾਹਿਗੁਰੂ ਗੁਰਮੰਤਰ ਹੀ ਸਭ ਤੋਂ ਸ੍ਰੇਸ਼ਟ ਹੈ, ਕਿਉਂਕਿ ਈਸ਼ਵਰ ਦੇ ਸਾਰੇ ਗੁਣ ਇਸ ਦੇ ਵਿੱਚ ਆ ਜਾਂਦੇ ਨੇ। ਜੇ ਵਾਹਿਗੁਰੂ ਨੂੰ ਹਿਰਦੇ ਦੇ ਵਿੱਚ ਹਾਜ਼ਰ ਨਾਜ਼ਰ ਸਮਝ ਕੇ ਨਿਸ਼ਚੇ ਦੇ ਨਾਲ ਜਪਿਆ ਜਾਵੇ ਤਾਂ ਪਹਿਲਾਂ ਤਾਂ ਅੰਤःਕਰਨ ਦੀ ਮੈਲ ਦੂਰ ਹੁੰਦੀ ਹੈ, ਫਿਰ ਪ੍ਰੇਮ ਦੀ ਰੰਗਤ ਚੜ੍ਹਨੀ ਸ਼ੁਰੂ ਹੁੰਦੀ ਹੈ। ਸਮਾਂ ਪਾ ਕੇ ਪ੍ਰੇਮ ਦਾ ਨਸ਼ਾ ਇੰਨਾ ਵੱਧ ਜਾਂਦਾ ਹੈ ਕਿ ਸਰੀਰ ਅਭਾਵ ਹੋ ਜਾਂਦਾ ਹੈ, ਕਿਉਂਕਿ ਸੁਰਤ ਸਰੀਰ ਤੋਂ ਉੱਪਰ ਉੱਠ ਕੇ ਸ਼ਬਦ ਗੁਰੂ ਦੇ ਵਿੱਚ ਲੀਨ ਹੋ ਜਾਂਦੀ ਹੈ। ਹਰ ਰੰਗ ਦੇ ਵਿੱਚ ਪਿਆਰਾ ਹੀ ਪਿਆਰਾ ਉਹ ਪਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ। ਉਸ ਨੂੰ ਹਰ ਜੀਵ ਦੇ ਵਿੱਚ ਪਰਮਾਤਮਾ ਦੀ ਜੋਤ ਉਸ ਇਨਸਾਨ ਨੂੰ ਦਿਸਦੀ ਹੈ, ਸੁਣਦੀ ਹੈ ਤੇ ਪ੍ਰਤੀਤ ਹੁੰਦੀ ਹੈ। ਜੋ ਵੀ ਆਤਮ ਪਸਾਰਾ ਅਥਵਾ ਸੰਸਾਰ ਦੀ ਰਚਨਾ ਹੈ, ਉਹ ਰਚਨਹਾਰ ਪ੍ਰਭੂ ਦੀ ਹੀ ਹੈ, ਜਿਸ ਨੂੰ ਕੋਈ ਹੋਰ ਨਹੀਂ ਰਚ ਸਕਦਾ। ਇਹੀ ਕਾਰਨ ਹੈ ਕਿ ਜਗਿਆਸੂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 846 ਅੰਗ ਤੇ ਉਪਦੇਸ਼ ਹੈ, ਬ੍ਰਹਮ ਦੀਸੈ ਬ੍ਰਹਮ ਸੁਣੀਏ,
ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਏ। ਇਸੇ ਲਈ ਗੁਰਮਤਿ ਦੇ ਰਸਤੇ ਤੇ ਚੱਲਣ ਵਾਸਤੇ ਹਰ ਇੱਕ ਸਿੱਖ ਨੂੰ ਵਾਹਿਗੁਰੂ ਸਿਮਰਨ ਕਰਨ ਦਾ ਆਦੇਸ਼ ਹੈ। ਵਾਹਿਗੁਰੂ ਗੁਰੂ ਮੰਤਰ ਦਾ ਜਾਪ ਕਰਨ ਦੇ ਨਾਲ ਹਉਮੈ ਦਾ ਨਾਸ ਹੁੰਦਾ ਹੈ ਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਜੀ 13ਵੀਂ ਵਾਰ ਦੀ ਦੂਜੀ ਪੌੜੀ ਦੇ ਵਿੱਚ ਫਰਮਾਉਂਦੇ ਨੇ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਹੇ ਪ੍ਰਭੂ, ਤੂੰ ਸੱਚ ਸਰੂਪ ਹੈ, ਅਟਲ ਹੈ, ਮੁੱਢਲੀ ਸ਼ਕਤੀ ਹੈ ਤੇ ਸਦਾ ਤੇਰਾ ਹੀ ਹਜ਼ੂਰ ਹੈ। ਤੂੰ ਹੀ ਵਾਹਿਗੁਰੂ ਤੇ ਬੇਅੰਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰਦੇ ਨੇ 1402 ਅੰਗ ਤੇ, ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿ ਜੀਓ। ਹੇ ਵਾਹਿਗੁਰੂ, ਸਭ ਆਪ ਦਾ ਹੀ ਸਦਕਾ ਹੈ। ਜੁਗਾਂ ਜਗੰਤਰਾਂ ਤੋਂ ਸੇਵਕਾਂ ਦੇ ਭੰਡਾਰੇ ਆਪ ਭਰਨ ਵਾਲੇ ਹੋ। ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1403। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਉਸ ਸਰਵ ਸ਼ਕਤੀਮਾਨ ਪ੍ਰਭੂ ਨੂੰ ਕਿਸੇ ਦੀ ਮੁਥਾਜੀ ਨਹੀਂ, ਨਾ ਹੀ ਉਸਨੂੰ ਕਿਸੇ ਦੀ ਪਰਵਾਹ ਹੈ ਜਾਂ ਡਰ ਹੈ। ਗੁਰੂ ਸਾਹਿਬ ਨਿਮਰਤਾ ਦੇ ਘਰ ਵਿੱਚ ਆ ਕੇ ਫਰਮਾਉਂਦੇ ਨੇ ਕਿ ਤੂੰ ਉਸ ਗੁਰੂ ਨੂੰ ਸਿਮਰ ਜੋ ਬੇਅੰਤ ਹੈ, ਬੇਮੁਹਤਾਜਾ ਬੇਪਰਵਾਹ, ਨਾਨਕ ਦਾਸ ਕਹੋ ਗੁਰ ਵਾਹ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬ ਲੋ ਗ੍ਰੰਥ ਦੇ ਵਿੱਚ ਸ੍ਰੀ ਮੁਖ ਵਾਕ ਬਾਣੀ ਦੇ ਵਿੱਚ ਫਰਮਾਉਂਦੇ ਨੇ ਕਿ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਤੇ ਸੰਸਾਰ ਨੂੰ ਤਾਰਨ ਵਾਲਾ ਇੱਕ ਅਕਾਲ ਪੁਰਖ ਹੀ ਹੈ। ਵਾਹਿਗੁਰੂ ਜੋ ਸੱਚਾ ਮੰਤਰ ਹੈ, ਉਸ ਨੂੰ ਜਪ ਕੇ ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਫਤਿਹ ਹੋਈ ਹੈ। ਭਇਓ ਨਿਸਤਾਰ ਅਸਰਨ ਸੇ ਤਾਰ ਲਿਓ, ਗੁਰ ਜਗਤ ਸਭੈ ਸ਼ਾਹ ਗੋਬਿੰਦ ਸਿੰਘ ਫਤਿਹ। ਸਤਿਗੁਰੂ ਕੀ ਵਾਹਿਗੁਰੂ ਵਾਹਿਗੁਰੂ ਸੱਚ ਮੰਤਰ ਆਖਿਆ। ਪਾਵਨ ਗੁਰਬਾਣੀ ਫਰਮਾਉਂਦੀ ਹੈ ਕਿ ਜਿਸ ਮਨੁੱਖ ਨੇ ਗੁਰਮੰਤਰ ਦਾ ਸਿਮਰਨ ਨਹੀਂ ਕੀਤਾ, ਉਸ ਦਾ ਜੀਵਨ ਤ੍ਰਿਗ ਹੈ। ਉਹ ਆਵਾਗਮਨ 'ਚ ਭਟਕਦਾ ਰਹਿੰਦਾ ਹੈ। ਉਹ ਮਨੁੱਖ ਕੁੱਤੇ, ਸੂਰ, ਖੋਤੇ, ਕਾਂ ਤੇ ਸੱਪ ਦੀ ਨਿਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1356 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰ ਮੰਤਰ ਹੀਣ ਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟ ਨੇ, ਕੁਕ ਰਹਿ ਸੁਕ ਰਹਿ ਗਰਤ ਫੈ ਕਾਕੈ ਸਰਪ ਨਹਿ ਤੁਲ ਖਲੈ। ਇਸ ਕਰਕੇ ਮਨੁੱਖ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਪੰਜਾਂ ਪਿਆਰਿਆਂ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਨਾਮ ਦਰੜਾਇਆ ਹੁੰਦਾ ਹੈ, ਉਸ ਦਾ ਹਮੇਸ਼ਾ ਸਿਮਰਨ ਕਰੇ। ਇਹ ਉਪਦੇਸ਼ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਭਜ ਮਨ ਮੇਰੇ ਏਕੋ ਨਾ, ਭਜ ਮਨ ਮੇਰੇ ਏਕੋ ਨਾ, ਜੀ ਤੇਰੇ ਕੈ ਆਵੈ ਕਾਂ, ਜੀ ਤੇਰੇ ਕੈ ਆਵੈ ਕਾਂ। ਭਜ ਮਨ ਮੇਰੇ ਏਕੋ ਨਾ, ਭਜ ਮਨ ਮੇਰੇ ਏਕੋ ਨਾ। ਹਰਿ ਸਿਮਰਤ ਤੇਰੀ ਜਾਏ ਬੁਲਾਏ, ਹਰਿ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੇ ਮਨ ਆਏ, ਸਰਬ ਕਲਿਆਣ
ਵਿਖਮ ਸਾਗਰ ਤੇਈ ਜਲ ਉਤਾਰੇ ਵਿਖਮ ਸਾਗਰ ਤੇਈ ਜਲ ਉਤਾਰੇ ਨਾਨਕ ਜਾ ਕੋ ਨਦਰ ਕਰੇ ਨਾਨਕ ਜਾ ਕੋ ਨਦਰ ਕਰੇ ਨਾਨਕ ਜਾ ਕੋ ਨਾਨਕ ਜਾ ਕੋ ਨਦਰ ਕਰੇ ਭਜ ਮਨ ਮੇਰੇ ਏਕੋ ਨਾਮ 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 ਜੀ ਤੇਰੇ ਕੇ ਆਵੇਗਾ ਜੀ ਤੇਰੇ ਕੇ ਆਵੇਗਾ ਭਜ ਮਨ ਮੇਰੇ ਏਕੋ ਨਾਮ 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 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਇਸ ਸ਼ਬਦ ਤੋਂ ਪਹਿਲੇ ਅਸੀਂ ਕੁਝ ਕੁ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਸਾਂ ਸਿੱਖ ਸਿਧਾਂਤ ਕਿਤਾਬ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦੇ ਬਾਰੇ ਤੇ ਅੱਗੇ ਹੈ ਮੂਲ ਮੰਤਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਈ ਇੱਥੇ ਤੱਕ ਮੂਲ ਮੰਤਰ ਮੰਨਦੇ ਨੇ, ਕਈ ਉਸ ਤੋਂ ਅੱਗੇ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੱਕ। ਇਸ ਬਹਿਸ ਵਿੱਚ ਨਾ ਪੈਂਦੇ ਹੋਏ ਕਿ ਕਿਹੜਾ ਸਹੀ ਹੈ ਕਿਹੜਾ ਨਹੀਂ ਸਹੀ ਹੈ, ਹਰੇਕ ਦਾ ਫਰਜ਼ ਹੈ ਆਪਣੇ ਆਪ ਇਸ ਸਵਾਲ ਦਾ ਜਿਹੜਾ ਜਵਾਬ ਲੱਭੇ। ਪਰ ਮੇਰੀ ਆਪਣੀ ਵਿਚਾਰ ਹੈ ਕਿ ਜੇਕਰ ਵਾਧੂ ਜਪਿਆ ਜਾਵੇ ਤਾਂ ਉਹਦਾ ਕੋਈ ਨੁਕਸਾਨ ਨਹੀਂ, ਜੇ ਘੱਟ ਜਪਿਆ ਜਾਵੇ ਤਾਂ ਹੋ ਸਕਦਾ ਹੈ ਉਹ ਪੂਰਾ ਨਾ ਹੋਵੇ। ਪਰ ਵਿਦਵਾਨਾਂ ਦੀਆਂ ਆਪਣੀਆਂ ਆਪਣੀਆਂ ਵਿਚਾਰਾਂ ਨੇ ਤੇ ਇੱਥੇ ਬਾਬਾ ਜੀ ਨੇ ਜਿਹੜੇ ਹੈ ਦੋ ਹਿੱਸਿਆਂ ਦੇ ਵਿੱਚ ਦੋਹੀਂ ਜਿਹੜਾ ਹੈ ਨਾਨਕ ਹੋਸੀ ਵੀ ਸੱਚ ਤੱਕ ਦੇ ਜਿਹੜੇ ਨੇ ਅਰਥ ਹੈ ਉਹ ਸੰਖੇਪ ਰੂਪ ਦੇ ਵਿੱਚ ਦਿੱਤੇ ਨੇ ਤੇ ਇੱਕ ਓੰਕਾਰ ਉਸ ਦਾ ਜਿਹੜਾ ਹੈ ਅੱਗੇ ਆਪ ਜੀ ਦੱਸਦੇ ਨੇ ਕਿ ਬੀਜ ਮੰਤਰ ਸਰਬ ਕੋ ਗਿਆਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 274 ਦੇ ਉੱਤੇ ਐਸਾ ਸਾਨੂੰ ਉਪਦੇਸ਼ ਹੈ ਕਿ ਸਰਵ ਸ਼ਕਤੀਮਾਨ ਪ੍ਰਭੂ ਇੱਕ ਹੈ ਜੋ ਸ਼ਬਦ ਗੁਰੂ ਨਿਰਗੁਣ ਸਰੂਪ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ। ਫਿਰ ਉਹ ਸੰਸਾਰ ਦੀ ਰਚਨਾ ਕਰਕੇ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ ਤੇ ਉਹ ਸੰਸਾਰ ਨੂੰ ਪਾਲਦਾ ਹੈ ਤੇ ਸਮੇਂ ਅਨੁਸਾਰ ਖੈ ਵੀ ਕਰਦਾ ਹੈ, ਭਾਵ ਕਿ ਉਸ ਦਾ ਅੰਤ ਵੀ ਕਰਦਾ ਹੈ। ਉਹ ਆਪਣੀ ਰਚਨਾ ਦੇ ਜਰੇ ਜਰੇ ਦੇ ਵਿੱਚ ਇੱਕ ਰਸ ਵਿਆਪਕ ਹੈ ਤੇ ਪਰਮਾਤਮਾ ਦੇ ਦੋ ਰੂਪ ਨੇ ਜਿਹੜੇ ਉਹ ਇੱਕ ਨਿਰਗੁਣ ਸਰੂਪ ਹੈ, ਦੂਸਰਾ ਸਰਗੁਣ। ਜਿਹੜਾ ਨਿਰਗੁਣ ਹੈ ਉਹ ਦਿਸਦਾ ਨਹੀਂ, ਦਿਖਾਈ ਨਹੀਂ ਦਿੰਦਾ ਸਾਨੂੰ, ਸ਼ਕਤੀ ਰੂਪ ਦੇ ਵਿੱਚ ਹੈ ਤੇ ਜਿਹੜਾ ਸਰਗੁਣ ਹੈ ਜਿਹੜਾ ਕਿ ਅਸੀਂ ਇਹ ਦੁਨੀਆ ਦੇਖਦੇ ਹਾਂ ਸਰਗੁਣ ਸਰੂਪ ਦੇ ਵਿੱਚ ਉਹ ਪ੍ਰਗਟ ਹੁੰਦਾ ਹੈ। ਸਤਿਨਾਮ ਵਾਹਿਗੁਰੂ ਸੱਚ ਦਾ ਸਰੂਪ ਅਥਵਾ ਅਸਲੀਅਤ ਹੈ ਜੋ ਸਦਾ ਹੀ ਅਟਲ ਹੈ ਤੇ ਰਹੇਗਾ। ਕਰਤਾ ਵਾਹਿਗੁਰੂ ਸਾਰੇ ਸੰਸਾਰ ਦਾ ਰਚਨਹਾਰ ਹੈ ਤੇ ਸਭ ਕੁਝ ਕਰਨ ਕਰਾਉਣ ਵਾਲਾ ਆਪ ਹੀ ਹੈ। ਪੁਰਖ ਵਾਹਿਗੁਰੂ ਸਾਰੇ ਸੰਸਾਰ ਦਾ ਮਾਲਕ ਹੈ ਤੇ ਸਾਰੇ ਜੀ ਜੰਤ ਉਸ ਦੇ ਅਧੀਨ ਹਨ। ਨਿਰਭਉ ਵਾਹਿਗੁਰੂ ਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਉਹ ਨਿਰੰਕਾਰ ਹੈ, ਉਸ ਦਾ ਕੋਈ ਸਰੂਪ ਨਹੀਂ।
ਨਿਰਵੈਰ ਵਾਹਿਗੁਰੂ ਵੈਰ ਰਹਿਤ ਹੈ, ਪ੍ਰੇਮ ਦਾ ਸਰੂਪ ਹੈ ਕਿਉਂਕਿ ਉਹ ਨਿਰੰਕਾਰ ਹੈ। ਅਕਾਲ ਮੂਰਤ ਵਾਹਿਗੁਰੂ ਦੀ ਹਸਤੀ ਮੂਰਤ ਜੋ ਨਿਰਾਕਾਰ ਹੈ, ਉਹ ਕਾਲ ਤੋਂ ਰਹਿਤ ਅਰਥਾਤ ਅਵਿਨਾਸੀ ਹੈ, ਜਿਸਦਾ ਮਤਲਬ ਹੁੰਦਾ ਹੈ ਕਿ ਨਾਸ ਨਹੀਂ ਉਹਦਾ ਹੋ ਸਕਦਾ। ਅਯੂਨੀ ਵਾਹਿਗੁਰੂ ਜਨਮ ਮਰਨ ਤੋਂ ਰਹਿਤ ਹੈ, ਉਹ ਦੂਸਰੇ ਜੀਵਾਂ ਵਾਂਗ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸੈਭੰਗ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਥਵਾ ਉਸ ਉਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ ਅਕਾਲ ਪੁਰਖ ਦਾ ਅਨੁਭਵ ਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ, ਜੋ ਉਸ ਦਾ ਹੀ ਸਰੂਪ ਹੈ। ਹਰੀ ਦਾ ਨਾਮ ਸਭ ਮੰਤਰਾਂ ਦਾ ਮੂਲ ਹੈ ਤੇ ਸਭ ਰਸਾਂ ਦਾ ਸੋਮਾ ਹੈ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1040 ਅੰਕ ਤੇ ਫਰਮਾਉਂਦੇ ਨੇ, ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਜਪ ਉਸ ਵਾਹਿਗੁਰੂ ਸੱਚ ਇਲਾਹੀ ਅਸਲੀਅਤ ਦਾ ਨਾਮ ਜਪ, ਭਾਵ ਕਿ ਉਹਦਾ ਜਾਪ ਕਰੋ। ਆਦਿ ਸੱਚ ਜਿਹੜਾ ਕਿ ਸ਼ੁਰੂ ਤੋਂ ਹੀ ਅਥਵਾ ਸੰਸਾਰ ਬਣਨ ਤੋਂ ਪਹਿਲੇ ਵੀ ਅਸਲੀਅਤ ਤੇ ਸਰਵ ਵਿਆਪੀ ਸੀ। ਜੁਗਾਦ ਸੱਚ ਜੁਗਾ ਜਗੰਤਰਾਂ ਅਥਵਾ ਸਾਰੇ ਸਮਿਆਂ ਦੇ ਵਿੱਚ ਵਿਆਪਕ ਸੀ, ਤੇ ਉਹ ਹੈ ਵੀ ਸੱਚ ਵਰਤਮਾਨ ਦੇ ਵਿੱਚ ਵੀ ਵਿਆਪਕ ਹੈ। ਨਾਨਕ ਹੋਸੀ ਵੀ ਸੱਚ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਵਿੱਖ ਦੇ ਵਿੱਚ ਵੀ ਉਹ ਵਿਆਪਕ ਰਹੇਗਾ। ਜਦੋਂ ਸੰਸਾਰ ਨਾ ਵੀ ਹੋਵੇਗਾ ਤਾਂ ਵੀ ਉਹ ਸਫਾਈਮਾਨ ਅਥਵਾ ਸਥਿਰ ਰਹੇਗਾ। ਹਰੀ ਦਾ ਨਾਮ ਸੱਚ ਮੰਤਰ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਤਿਗੁਰੂ ਜੀ 562 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਫਰਮਾਉਂਦੇ ਨੇ, ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ। ਸੋ ਇਹ ਤਾਂ ਅਸੀਂ ਸੰਖੇਪ ਦੇ ਵਿੱਚ ਮੂਲ ਮੰਤਰ ਦਾ ਜਿਹੜਾ ਥੋੜਾ ਉਹਨਾਂ ਨੇ ਸਮਝਾਇਆ ਸਾਨੂੰ, ਤੇ ਜਿਹੜੀ ਸਿੱਖ ਨੂੰ ਇਹੀ ਹੁਕਮ ਹੈ ਕਿ ਉਸਨੇ ਵਾਹਿਗੁਰੂ ਗੁਰੂ ਮੰਤਰ ਤੇ ਮੂਲ ਮੰਤਰ ਦਾ ਵੀ ਪਾਠ ਕਰਨਾ ਹੈ ਤੇ ਜਾਪ ਕਰਨਾ ਹੈ। ਇਹ ਜਿੰਨਾ ਕਹਿਣਾ ਸੌਖਾ ਹੈ, ਕਰਨਾ ਓਨਾ ਹੀ ਜ਼ਿਆਦਾ ਔਖਾ ਹੈ। ਜਿਹੜਾ ਮਨ ਹੈ ਇੱਕ ਪਲ ਦੇ ਲਈ ਵੀ ਟਿਕ ਕੇ ਨਹੀਂ ਬਹਿੰਦਾ, ਤੇ ਇਹਦੇ ਲਈ ਵੱਖਰੇ ਵੱਖਰੇ ਤਰੀਕੇ ਲੋਕੀ ਵਰਤਦੇ ਨੇ। ਕੋਈ ਮਾਲਾ ਦੇ ਨਾਲ ਜਪਦਾ ਹੈ, ਕਈ ਕਹਿੰਦੇ ਨੇ ਮਾਲਾ ਨਹੀਂ ਵਰਤਣੀ ਚਾਹੀਦੀ। ਤੇ ਇਹ ਤਾਂ ਜਿਹੜੀ ਹੈ ਗੱਲ, ਕਿਉਂਕਿ ਜਦੋਂ ਕੋਈ ਛੋਟਾ ਬੱਚਾ ਤੁਰਨਾ ਸਿੱਖਦਾ ਹੈ, ਉਹਨੂੰ ਗਡੀਰ ਨਾਲ ਲੈ ਕੇ ਦਿੰਦੇ ਨੇ, ਇੱਕ ਸਪੋਰਟ ਜਿਹਦੇ ਦੇ ਵਿੱਚ ਨਾਲ ਉਹ ਫੜ ਕੇ ਅੱਗੇ ਅੱਗੇ ਤੁਰਦਾ ਹੈ। ਜਦੋਂ ਸ਼ੁਰੂ ਦੇ ਵਿੱਚ ਜਿਹੜਾ ਬੈਠਣਾ ਔਖਾ ਹੁੰਦਾ ਹੈ, ਤੇ ਮਾਲਾ ਜਿਹੜੀ ਹੈ ਉਹ ਜਿਹੜਾ ਸਹਾਰਾ ਲੈਂਦੇ ਨੇ, ਤੇ ਉਹਦਾ ਬਾਹਲਾ ਵਿਰੋਧ ਕਰਨਾ ਵੀ ਜਾਇਜ਼ ਨਹੀਂ ਲੱਗਦਾ। ਕਿਉਂਕਿ ਬਾਣੀ ਦੇ ਵਿੱਚ ਵੀ ਭਗਤ ਕਬੀਰ ਜੀ ਐਸਾ ਕਹਿੰਦੇ ਨੇ ਕਿ ਇਹ ਮਾਲਾ ਆਪਣੀ ਲੀਜੇ, ਭੁੱਖੇ ਭਗਤ ਨਾ ਕੀਜੇ। ਤੇ ਇਹ ਇਸੇ ਤਰ੍ਹਾਂ ਹੀ ਕਹਿੰਦੇ ਹੋਣਗੇ, ਅਗਰ ਉਹ ਮਾਲਾ ਉਹ ਪਹਿਲਾਂ ਉਹਨਾਂ ਮਾਲਾ ਨੂੰ ਵਰਤਦੇ ਹੋਗੇ ਤਦੇ ਹੀ ਕਹਿੰਦੇ ਹੋਗੇ। ਤੇ ਇੱਦਾਂ ਵੀ ਕਹਿੰਦੇ ਨੇ, ਕੰਠੇ ਮਾਲਾ ਜਿਹਵਾ ਰਾਮ, ਜੀਵ ਉਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਦੇ ਵਿੱਚ ਸਿਮਰਨੀ ਹੈ। ਤੇ ਜਦੋਂ ਅਵਸਥਾ ਉੱਚੀ ਉੱਠ ਜਾਂਦੀ ਹੈ ਜਾਂ ਅਭਿਆਸ ਪੱਕ ਜਾਂਦਾ ਹੈ, ਫਿਰ ਮਾਲਾ ਕੋਲ ਹੋਵੇ ਜਾਂ ਨਾ ਹੋਵੇ, ਜਦ ਬੱਚਾ ਤੁਰਨਾ ਸਿੱਖ ਜਾਂਦਾ ਹੈ, ਫਿਰ ਉਹ ਗਡੀਰਨੇ ਨੂੰ ਹਰ ਵੇਲੇ ਕੋਲ ਨਹੀਂ ਰੱਖਦਾ, ਉਹਦਾ ਸਹਾਰਾ ਨਹੀਂ ਲੈਂਦਾ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰਮਲ ਸਿੰਘ ਜੀ ਖਾਲਸਾ ਨੇ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ,
ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰ ਕੀਰਤਨ ਸੁਣੈ ਜਾਂ ਕੋ ਆਪਣੀ ਕਿਰਪਾ ਧਾਰੈ। ਜਾਂ ਕੋ ਆਪਣੀ ਕਿਰਪਾ ਧਾਰੈ। ਸੋ ਜਨ ਰਸਨਾ ਨਾਮ ਉਚਾਰੈ। ਸੋ ਜਨ ਰਸਨਾ ਨਾਮ ਉਚਾਰੈ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ। ਤਿਸ ਜਨ ਦੁਖ ਨਿਕਟ ਨਹੀਂ ਆਵੈ। ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰ ਕੀਰਤਨ ਸੁਣੈ ਹਰ ਬਿਸਰਤ ਸਹਿਸਾ ਦੁਖ ਵਿਆਪੈ। ਹਰ ਬਿਸਰਤ ਸਹਿਸਾ ਦੁਖ ਵਿਆਪੈ। ਸਿਮਰਤ ਨਾਮ ਪਰਮ ਭਉ ਭਾਗੈ। ਸਿਮਰਤ ਨਾਮ ਪਰਮ ਭਉ ਭਾਗੈ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ। ਤਿਸ ਜਨ ਦੁਖ ਨਿਕਟ ਨਹੀਂ ਆਵੈ। ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰ ਕੀਰਤਨ ਸੁਣੈ ਹਰ ਕੀ ਟਹਿਲ ਕਰਤ ਜਨ ਸੋਹੈ। ਹਰ ਕੀ ਟਹਿਲ ਕਰਤ ਜਨ ਸੋਹੈ। ਤਾਂ ਕੋ ਮਾਇਆ ਅਗਨ ਨ ਪੋਹੈ। ਤਾਂ ਕੋ ਮਾਇਆ ਅਗਨ ਨ ਪੋਹੈ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ। ਤਿਸ ਜਨ ਦੁਖ ਨਿਕਟ ਨਹੀਂ ਆਵੈ। ਤਿਸ ਜਨ ਦੁਖ ਨਿਕਟ ਨਹੀਂ ਆਵੈ। ਹਰ ਕੀਰਤਨ ਸੁਣੈ ਮਨ ਤਨ ਮੁਖ ਹਰ ਨਾਮ ਦਿਆਲ। ਮਨ ਤਨ ਮੁਖ ਹਰ ਨਾਮ ਦਿਆਲ। ਹਰ ਨਾਮ ਦਿਆਲ। ਮਨ ਤਨ ਮੁਖ ਹਰ ਨਾਮ ਦਿਆਲ। ਨਾਨਕ ਤਜੀਲੇ ਅਵਰ ਜੰਜਾਲ। ਨਾਨਕ ਤਜੀਲੇ
ਅਬਰ ਜੰਜਾਲ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਹਰ ਕੀਰਤਨ ਸੁਣੈ ਜਾਂ ਕੋ ਆਪਣੀ ਕਿਰਪਾ ਧਾਰੈ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਹਰ ਕੀਰਤਨ ਸੁਣੈ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਹਰ ਦਿਨ ਨੈਣ ਕੀਰਤਨ ਗਾਈਐ ਬੋ ਨ ਜੋਨੀ ਪਾਈਐ ਸੋ ਕਿਛ ਕਰ ਜਿਤ ਮੈਲ ਨ ਲਾਗੈ ਹਰ ਕੀਰਤਨ ਮੈਂ ਏ ਮਨ ਜਾਗੈ ਜਾਗਨਾ ਜਾਗਨੀ ਕਾ ਹਰ ਕੀਰਤਨ ਮੈਂ ਜਾਗਨਾ ਸੋ ਅਸਥਾਨ ਬਤਾਓ ਮੀਤ ਜਾਂ ਕੇ ਹਰ ਹਰ ਕੀਰਤਨ ਨੀਤਾ ਐਸਾ ਕੀਰਤਨ ਕਰ ਮਨ ਮੇਰੇ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ 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 ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ 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 ਹਾਂਜੀ, ਇਹ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ ਤੇ ਅਸੀਂ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਅਗਲਾ ਜਿਹੜਾ ਚੈਪਟਰ ਹੈ ਉਹ ਸਿੱਖੀ ਮਾਰਗ ਦੇ ਨਾਲ ਸੰਬੰਧਿਤ ਹੈ। ਸਿੱਖ, ਸਨਮੁਖ, ਗੁਰਸਿੱਖ, ਗੁਰਮੁਖ, ਇਹਦੇ ਬਾਰੇ ਜਿਹੜਾ ਦੱਸਿਆ ਗਿਆ ਹੈ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਤੇ ਨਿਸ਼ਚਾ ਰੱਖੇ, 10 ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਮੰਨੇ ਤੇ ਗੁਰਬਾਣੀ ਦੇ ਉਪਦੇਸ਼ਾਂ ਦੀ ਸਿੱਖਿਆ ਲੈ ਕੇ ਉਹਨਾਂ ਦੇ ਵਿੱਚ ਆਪਣਾ ਜੀਵਨ ਢਾਲਣ ਦਾ ਪੂਰਾ ਯਤਨ ਕਰੇ। ਕਿਸੇ ਹੋਰ ਧਰਮ ਨੂੰ ਨਾ ਮੰਨੇ, ਪਰੰਤੂ ਨਫ਼ਰਤ ਕਿਸੇ ਦੇ ਨਾਲ ਨਾ ਕਰੇ, ਉਹ ਸਿੱਖ ਹੈ। ਹਰ ਇੱਕ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਨਾ ਜ਼ਰੂਰੀ ਹੈ।
ਇਸ ਤਰ੍ਹਾਂ ਗੁਰਬਾਣੀ ਅਨੁਸਾਰ ਉਸ ਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਭੈ ਤੇ ਭਾਵ ਉਪਜਦਾ ਹੈ, ਜਿਸ ਦੇ ਨਾਲ ਉਹ ਨਾਮ ਬਾਣੀ ਸਿਮਰ ਕੇ ਆਪਣੀ ਚਤੁਰਾਈ, ਦਲੀਲ ਅਤੇ ਸਿਆਣਪ ਨੂੰ ਛੱਡ ਕੇ ਹਉਮੈ ਭਾਵ ਕੇ ਦੇਹ ਅਭਿਮਾਨ ਨੂੰ ਮਾਰਨ ਦਾ ਯਤਨ ਕਰਦਾ ਹੈ, ਤਾਂ ਜੋ ਉਹ ਪ੍ਰਭੂ ਦੇ ਵਿੱਚ ਲੀਨ ਹੋ ਸਕੇ। ਸੋ ਇਹ ਸੰਖੇਪ ਦੇ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਕੌਣ ਹੈ, ਤੇ ਇੱਕ ਲਾਈਨ ਦੇ ਵਿੱਚ ਸਿੱਖ ਬਾਰੇ ਕਿਹਾ ਹੈ ਕਿ ਜੋ ਗੁਰੂ ਪਾਸੋਂ ਸ਼ਬਦ ਗੁਰੂ ਦੀ ਸਿੱਖਿਆ ਭਾਵ ਉਪਦੇਸ਼ ਲਵੇ, ਤੇ ਸਨਮੁਖ ਹੈ ਜੋ ਸਿੱਖ ਸ਼ਬਦ ਗੁਰੂ ਦਾ ਉਪਦੇਸ਼ ਕਮਾ ਕੇ ਗੁਰੂ ਦੇ ਨੇੜੇ ਹੋ ਜਾਵੇ। ਤੇ ਗੁਰਸਿੱਖ ਉਹ ਹੈ ਜੋ ਸਾਸ ਗਰਾਸ ਨਾਮ ਸਿਮਰ ਕੇ ਸਤਿਗੁਰੂ ਜੀ ਨੂੰ ਪ੍ਰਵਾਨ ਹੋ ਜਾਵੇ, ਤੇ ਗੁਰਮੁਖ ਜੋ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਆਪਣੀ ਹਉਮੈ ਨੂੰ ਉੱਕਾ ਹੀ ਮਾਰ ਕੇ ਪ੍ਰਭੂ ਦੇ ਵਿੱਚ ਲੀਨ ਹੋ ਜਾਵੇ, ਅਥਵਾ ਨਿਰੰਕਾਰ ਦੇ ਦੇਸ਼ ਦਾ ਵਾਸੀ ਹੋ ਜਾਵੇ। ਸਿੱਖ ਦਾ ਅੰਮ੍ਰਿਤ ਵੇਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਸੰਤਾਂ ਭਗਤਾਂ ਨੇ ਸਿਮਰਨ ਕਰਨ ਦੇ ਲਈ ਅੰਮ੍ਰਿਤ ਵੇਲੇ ਨੂੰ ਸ੍ਰੇਸ਼ਟ ਦੱਸਿਆ ਹੈ। ਅੰਮ੍ਰਿਤ ਵੇਲੇ ਤੋਂ ਭਾਵ ਹੈ ਅਗਲਾ ਦਿਨ, ਜੋ ਰਾਤ ਦੇ 12 ਵਜੇ ਤੋਂ ਬਾਅਦ ਚੜ੍ਹਦਾ ਹੈ। ਜਿਨ੍ਹਾਂ ਕੋਲ ਸਮਾਂ ਹੁੰਦਾ ਹੈ, ਪ੍ਰਭੂ ਦੇ ਮਿਲਾਪ ਦੀ ਖਿੱਚ ਹੁੰਦੀ ਹੈ, ਉਹ ਰਾਤ ਦੇ 12 ਵਜੇ ਤੋਂ ਬਾਅਦ ਜਦੋਂ ਵੀ ਸਮਾਂ ਲੱਗੇ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਸਿਮਰਨ ਵਿੱਚ ਜੁਟ ਜਾਂਦੇ ਨੇ। ਪਰ ਹਰ ਇੱਕ ਸਿੱਖ ਉਦਮ ਕਰਕੇ ਸੂਰਜ ਚੜ੍ਹਨ ਤੋਂ ਘੱਟੋ ਘੱਟ 3 ਘੰਟੇ ਪਹਿਲਾਂ ਉੱਠ ਕੇ ਇਸ਼ਨਾਨ ਕਰੇ ਤੇ ਨਾਮ ਬਾਣੀ ਦਾ ਸਿਮਰਨ ਕਰੇ। ਗੁਰੂ ਰਾਮਦਾਸ ਜੀ ਅੰਮ੍ਰਿਤ ਵੇਲੇ ਦੀ ਮਹਾਨਤਾ ਤੇ ਉਸ ਦੇ ਨਾਲ ਜੁੜੀ ਗੁਰਸਿੱਖ ਦੀ ਰਹਿਣੀ ਬਹਿਣੀ ਨੂੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਸਮਝਾਉਂਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 305। ਭਾਵ ਕਿ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਬਾਣੀ ਜਪਦਾ ਹੈ। ਅੱਜ ਤੱਕ ਕਿਸੇ ਵੀ ਅਵਤਾਰ, ਪੈਗੰਬਰ, ਔਲੀਏ ਜਾਂ ਗੁਰੂ ਨੇ ਅੰਮ੍ਰਿਤ ਵੇਲੇ ਨੂੰ ਇਤਨੀ ਮਹਾਨਤਾ ਨਹੀਂ ਦਿੱਤੀ ਜਿੰਨੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਅੰਮ੍ਰਿਤ ਵੇਲੇ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦਾ ਸਮਾਂ ਦੱਸਦੇ ਨੇ। ਫਰਮਾਉਂਦੇ ਨੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਨਾਮ ਜਪਣ ਦੀ ਆਪਣੀ ਵੱਖਰੀ ਹੀ ਵਿਸ਼ੇਸ਼ਤਾ ਤੇ ਮਹੱਤਵ ਹੈ। ਹਰ ਇੱਕ ਮਨੁੱਖ ਆਪਣੀ ਸ਼ਖਸੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ। ਰੱਬ ਦੇ ਪਿਆਰੇ ਭਾਵ ਉਹ ਕਿਸੇ ਧਰਮ, ਜਾਤ ਪਾਤ, ਰੰਗ ਰੂਪ ਦੇ ਹੋਣ, ਉਹ ਅੰਮ੍ਰਿਤ ਵੇਲੇ ਉੱਠ ਕੇ ਕਰਤਾਰ ਦਾ ਨਾਮ ਜਪਦੇ ਨੇ। ਉਹਨਾਂ ਦੇ ਹਿਰਦੇ ਵਿੱਚ ਜੋ ਆਤਮਿਕ ਲਹਿਰਾਂ ਤੇ ਕਿਰਨਾਂ ਬਾਜੂ ਮੰਡਲ ਵਿੱਚ ਪ੍ਰਵੇਸ਼ ਕਰਦੀਆਂ ਨੇ, ਉਹ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਜਗਿਆਸੂਆਂ ਦੀ ਬਿਰਤੀ ਜੋੜਨ ਵਿੱਚ ਸਹਾਇਤਾ ਕਰਦੀਆਂ ਨੇ। ਦੂਜੇ ਪਾਸੇ ਐਸ਼ੋ ਇਸ਼ਰਤ ਕਰਨ ਵਾਲੇ ਲੋਕ ਅੱਧੀ ਰਾਤ ਤੱਕ ਦੁਨਿਆਵੀ ਸੁੱਖਾਂ ਵਿੱਚ ਗਲਤਾਨ, ਅੰਤ ਆਪਣਾ ਪੇਟ ਭਰ ਕੇ ਥੱਕ ਟੁੱਟ ਕੇ ਸੌਂ ਜਾਂਦੇ ਨੇ। ਇਹਨਾਂ ਦੀਆਂ ਭੈੜੀਆਂ ਕਿਰਨਾਂ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਮੱਧਮ ਪੈ ਕੇ ਖਤਮ ਹੋ ਜਾਂਦੀਆਂ ਨੇ। ਇਸ ਤਰ੍ਹਾਂ ਅੰਮ੍ਰਿਤ ਵੇਲੇ ਦਾ ਸਮਾਂ ਅਜਿਹੀਆਂ ਮਦ ਭਾਵਨਾਵਾਂ ਤੋਂ ਰਹਿਤ ਹੁੰਦਾ ਹੈ। ਅੰਮ੍ਰਿਤ ਵੇਲੇ ਕੋਈ ਸ਼ੋਰ ਸ਼ਰਾਬਾ, ਰੌਲਾ ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ ਰੱਬੀ ਰੰਗ ਦੇ ਵਿੱਚ ਲਿਪਤ ਹੁੰਦੀ ਹੈ, ਜਿਸ ਦਾ ਅਸਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਜਗਿਆਸੂਆਂ ਦੇ ਹਿਰਦੇ ਵਿੱਚ ਪੈਂਦਾ ਹੈ ਤੇ ਉਹਨਾਂ ਦੀ ਬਿਰਤੀ ਸਹਿਜ ਸੁਭਾਅ ਕਰਤਾਰ ਦੇ ਨਾਲ ਜੁੜ ਜਾਂਦੀ ਹੈ। ਰਾਤ ਵੇਲੇ ਸਮੇਂ ਸਿਰ ਸੌਣ ਦੇ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਦਿਮਾਗ ਤਰੋ-ਤਾਜ਼ਾ ਹੋ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਅੰਮ੍ਰਿਤ ਵੇਲੇ ਉੱਠ ਕੇ ਇਕਾਗਰਤਾ ਦੇ ਨਾਲ ਤਾਜ਼ਾ ਦਮ ਹੋ ਕੇ ਕਰਤਾਰ ਦਾ ਨਾਮ ਜਪ ਸਕਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਪੁਰਸ਼ ਨੂੰ ਜੋ ਮਨ ਦਾ ਖੇੜਾ ਤੇ ਆਤਮਿਕ ਸ਼ਕਤੀ ਮਿਲਦੀ ਹੈ, ਉਸ ਨਾਲ ਉਹ ਬੜੇ ਉਤਸ਼ਾਹ ਦੇ ਨਾਲ ਸਾਰਾ ਦਿਨ ਨਿਰਲੇਪ ਹੋ ਕੇ ਆਪਣੇ ਕਾਰੋਬਾਰ ਚੰਗੀ ਤਰ੍ਹਾਂ ਨਿਭਾਉਂਦਾ ਹੈ ਤੇ ਕਰਮਯੋਗੀ ਬਣ ਜਾਂਦਾ। ਗੁਰੂ ਸਾਹਿਬ ਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਨਾਮ ਜਪਣ ਦੀ ਬਹੁਤ ਮਹੱਤਤਾ ਦਰਸਾਉਂਦੇ ਨੇ। ਜਿਸ ਤਰ੍ਹਾਂ 72 ਭਾਮ ਕੇ ਨਮੀ ਵਾਲੀ ਜ਼ਮੀਨ ਦੇ ਵਿੱਚ ਬੀਜ ਪਾਇਆ ਜਾਂਦਾ ਹੈ ਤੇ ਉਹ ਚੰਗਾ ਉਗਦਾ ਹੈ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਜੇਕਰ ਨਾਮ ਰੂਪੀ ਹਰੀ ਧਨ ਦਾ ਬੀਜ ਹਿਰਦੇ ਵਿੱਚ ਬੀਜਿਆ ਜਾਵੇ ਤਾਂ ਉਹ ਇੰਨਾ ਪ੍ਰਫੁੱਲਤ ਹੋਵੇਗਾ ਕਿ ਭਗਤ ਜਨ ਆਪ ਜਿੰਨਾ ਮਰਜ਼ੀ ਖਾਣ ਉਹ ਘਟੇਗਾ ਨਹੀਂ।
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 734 ਅੰਗ ਤੇ ਫਰਮਾਉਂਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚੇ ਰਹੇ ਨ ਖੁੱਟੇ ਨਾਹੀਂ। ਗੁਰਬਾਣੀ ਵਿੱਚ ਫਰਮਾਨ ਹੈ, ਜਿਸ ਨੇ ਅੰਮ੍ਰਿਤ ਵੇਲੇ ਜਾਗ ਕੇ ਨਾਮ ਬਾਣੀ ਸਿਮਰਨ ਨਹੀਂ ਕੀਤਾ, ਉਹ ਜਿਉਂਦਿਆਂ ਹੀ ਮਰਿਆ ਦੇ ਬਰਾਬਰ ਹੈ। ਫਰੀਦਾ ਪਿਛਲ ਰਾਤ ਨਾ ਜਾਗੇ ਉਹ ਹੈ, ਜੀਵਨ ਦੜੋ ਮੋਏ ਉਹ। ਸਿੱਖ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ ਤੇ ਫਿਰ ਦਿਨ ਰਾਤ ਅਥਵਾ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦਾ ਹੈ। ਜਿਸ ਤਰ੍ਹਾਂ ਉਸ ਦੇ ਸਾਰੇ ਦੁੱਖ ਕਲੇਸ਼ ਚਿੰਤਾ ਤੇ ਰੋਗ ਮਿਟ ਜਾਂਦੇ ਨੇ ਤੇ ਉਸ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ 255 ਅੰਗ ਤੇ, ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਧ, ਕਾਰ ਹੱਥ ਤੁਝੇ ਨਾ ਵਿਆਪਈ ਨਾਨਕ ਮਿਟੇ ਅਪਾਦ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਸਿਮਰਨ ਲਈ ਸਤ ਸੰਗ ਦੇ ਵਿੱਚ ਨਹੀਂ ਜਾਂਦਾ, ਉਹ ਵੱਡਾ ਗੁਨਾਹਗਾਰ ਤੇ ਤਨਖਾਹਦਾਰ ਹੈ। ਆਪ ਫਰਮਾਉਂਦੇ ਨੇ, ਪ੍ਰਾਤਹਿ ਕਾਲ ਸਤ ਸੰਗ ਨਾ ਜਾਵੇ, ਤਨਖਾਹਦਾਰ ਬਹੁ ਵੱਡਾ ਕਹਾਵੇ। ਸੋ ਇਹ ਸਨ ਕੁਝ ਕੁ ਵਿਚਾਰਾਂ ਜਿਹੜੀਆਂ ਕਿ ਅਸੀਂ ਸਿੱਖ ਮਾਰਗ ਦੇ ਵਿੱਚ, ਸਿੱਖ ਸਿਧਾਂਤ ਦੇ ਵਿੱਚੋਂ ਜਿਹੜੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ। ਤੇ ਜਿਹੜਾ ਹੈ ਪ੍ਰੋਗਰਾਮ ਦਾ ਸਮਾਂ ਵੀ ਨੇੜੇ ਹੀ ਹੋ ਗਿਆ ਹੈ ਹੁਣ, ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈ ਲੈਣੀ ਹੈ। ਇੱਕ ਵਾਰ ਫੇਰ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਨੇ ਚਾਹਿਆ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਅਗਲੇ ਐਤਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪੁਰਬ ਵੀ ਮਨਾਇਆ ਜਾ ਰਿਹਾ ਹੈ, ਤੇ ਉਸ ਦੀਆਂ ਵੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। ਤੇ ਇੱਥੇ ਹੀ ਅਸੀਂ ਆਪ ਜੀ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਅਗਲੇ ਸ਼ਬਦ ਦੂਜੇ ਪਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਵਡਿਆਈ ਵਿਚਾਰ। ਸਾਚਾ ਸਾਹਿਬ ਸਾਚ ਨਾਏ, ਭਾਗਿਆ ਭੋ ਅਪਾਰ। ਸਾਚਾ ਸਾਹਿਬ ਸਾਚ ਨਾਏ, ਭਾਗਿਆ ਭੋ ਅਪਾਰ। ਆਖੇ
ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਮੋਹ ਕੇ ਬੋਲ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਵਡਿਆਈ ਵਿਚਾਰ, ਵਡਿਆਈ ਵਿਚਾਰ, ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ।